परम सत्कारयोग सतगुरां दी साजी और नवाजी हुई साध संगत जीओ, आप माई भाई धनता दे योग हों जिन्हां नूं सतगुरु जी दे चरनां दे विच बैठण दे सुभाग समय प्राप्त होया। आओ असी तुसी सारे ही बड़े कर्मां वाले हाँ जो गुरु जी दे चरनां दे विच बैठ करके गुरबाणी दे आनंद प्राप्त कर रहे हैं। कल विचार छड्डी सी एक बनजारा सिख बनिया। एक बनजारा सिख बनिया। इस तरह ही गुरु जी रोज दीवान लगदे, संगतां आउंदियां, मत्था टेकदियां, मन दियां मुरादां पूरियां करके घरां नूं जांदियां। नित नवीआं रौनकां लगदियां रहिंदियां। कतक बीत गया ते मगर चढ़ गया, गुरु जी दीवान विच विराजमान सन। सिखां ने बेनती की, सच्चे पातशाह सर्दी आ गई है, कपड़ियां दी बहुत लोड़ है। कपड़ियां दी बहुत लोड़ है। इस वास्ते बहुत धन चाहिदा है। इन्ने चिर विच एक बनजारा सिख आ गया। उसने 2000 रुपया सतगुरु जी नूं आके मत्था टेकिया। 2000 रुपया सतगुरु जी नूं मत्था टेकिया। सतगुरु जी ने उसनों पूछया, भाई सिखा ये रुपया कैसा है? तू कित्थे रहिंदा है अते कित्थे दा तू सिख है? बनजारे ने कहा, जी मैं मुल्तान दे रहन वाला हाँ। ते नगाहे पीर दा चेला हाँ। इधर मैं बनज करन आया सा। जद मेरा माल किते ना बिकिया तां मैं बहुत व्याकुल हो गया। मैं लोकां नूं पुछया, मैनू कोई जहरा पीर दसो जिहदी मैं सुखना सुखा ते मेरा माल बिक जावे। कोई ऐसा पीर दसो जिहदी मैं सुखना सुख लवां, मेरा माल बिक जावे। लोकां ने मैनू दस्सिया कि अज दे समय जगत विच गुरु जी जहरा पीर हन। तदों तो मैं गुरु दी सुखना सुखी, मेरा 60,000 दा माल विक गया। उस विचों जिन्ना क नफा मैं समझिया है उदा मैं 10वां हिस्सा मैं आप तुहाडी भेटा कीता। सतगुरु जी ने बचन किया कि जेदा खेत होवे अन्न भी उसदा ही हुंदा है। कोई तुरिया जांदा राही खेत विचों
ਗਊ ਚੁਗਦੀ ਕੱਢ ਦੇਵੇ ਤਾਂ ਉਹ ਖੇਤ ਦਾ ਮਾਲਕ ਨਹੀਂ ਬਣ ਜਾਂਦਾ। ਇਸ ਕਰਕੇ ਜਿਹਦਾ ਤੂੰ ਚੇਲਾ ਹੈ ਉਸ ਨੂੰ ਹੀ ਜਾ ਕੇ ਇਹ ਭੇਟਾ ਦਿਓ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਰਾਹ ਨਹੀਂ ਮਾਰਦੇ, ਗੁਰੂ ਕਿਸੇ ਦਾ ਰਾਹ ਨਹੀਂ ਮਾਰਦੇ। ਬਣਜਾਰੇ ਨੇ ਕਿਹਾ, ਹੇ ਮਾਲਕ, ਮੈਂ ਤਾਂ ਤੁਹਾਨੂੰ ਹੀ ਆਪਣੀ ਪਿਛਲੀ ਪੀਰੀ ਤੇ ਮੁਰੀਦੀ ਦੱਸੀ ਹੈ, ਪਰ ਜਦ ਤੋਂ ਮੈਂ ਗੁਰੂ ਘਰ ਦੀ ਸੁਖਣਾ ਸੁਖ ਕੇ ਮੁਰਾਦ ਪਾਈ ਹੈ, ਤਦ ਤੋਂ ਮੈਂ ਆਪ ਦਾ ਸਿੱਖ ਹਾਂ। ਪਿਛਲਾ ਗੁਨਾਹ ਮੈਨੂੰ ਬਖਸ਼ ਦਿਓ ਤੇ ਹੁਣ ਮੈਨੂੰ ਆਪਣੀ ਸਿੱਖੀ ਬਖਸ਼ੋ। ਗੁਰੂ ਜੀ ਨੇ ਬਚਨ ਕੀਤਾ ਕਿ ਜੋ ਹਿੰਦੂਆਂ ਦੇ ਸਿੱਖ ਚੇਲੇ ਹਨ ਤਾਂ ਉਹ ਸਾਡੇ ਸਿੱਖ ਬਣ ਸਕਦੇ ਹਨ, ਪਰ ਤੁਰਕਾਂ ਨੂੰ ਅਸੀਂ ਖੰਡੇ ਨਾਲ ਸੁਧਣਾ ਹੈ। ਜਿਹੜੇ ਤੁਰਕ ਮੁਸਲਮਾਨ ਨੇ ਉਹਨਾਂ ਨੂੰ ਅਸੀਂ ਖੰਡੇ ਦੇ ਨਾਲ ਸੁਧਣਾ ਹੈ। ਇਸ ਵਾਸਤੇ ਜੋ ਉਹਨਾਂ ਦਾ ਸਿੱਖ ਹੈ ਉਹ ਮੇਰਾ ਸਿੱਖ ਨਹੀਂ ਬਣ ਸਕਦਾ, ਅਤੇ ਜੋ ਮੇਰਾ ਸਿੱਖ ਹੈ ਉਹ ਉਹਨਾਂ ਨੂੰ ਵੇਖੇਗਾ ਨਹੀਂ। ਤੂੰ ਜੇ ਸਿੱਖ ਹੋਣਾ ਹੈ ਤਾਂ ਸਾਰੇ ਕੇਸ ਰੱਖ ਕੇ, ਹੋ ਸਕਦਾ ਹੈ ਇਹ ਧਨ ਦੇਣਾ ਲੈਣਾ ਤਾਂ ਸੌਖਾ ਹੈ, ਪਰ ਸਰਦਾ ਨਾਲ ਸਿੱਖੀ ਧਾਰਨੀ ਔਖੀ ਹੈ। ਕਿਉਂਕਿ ਸਿਦਕ ਭਰੋਸਾ ਦੁੱਖਾਂ ਨੂੰ ਨਾਸ ਕਰਦਾ ਹੈ ਅਤੇ ਬੇਸਿਦਕੀ ਘਰ ਬਰਬਾਦ ਕਰ ਦਿੰਦੀ ਹੈ। ਇਸ ਕਰਕੇ ਬੇਸਿਦਕੀ ਸਰਦਾਹੀਨ ਪੁਰਸ਼ ਦਾ ਕੋਈ ਗੁਰੂ ਪੀਰ ਨਹੀਂ ਹੁੰਦਾ। ਜਿਹਨੂੰ ਸਰਦਾ ਹੀ ਨਹੀਂ ਹੈ, ਮਹਾਰਾਜ ਜੀ ਕਹਿੰਦੇ ਉਹਦਾ ਕੋਈ ਗੁਰੂ ਪੀਰ ਨਹੀਂ ਹੁੰਦਾ ਹੈ, ਉਹਦੇ ਵਾਸਤੇ ਸਤ ਸੰਗਤ ਕੁਝ ਨਹੀਂ ਹੈ, ਉਹਦੇ ਵਾਸਤੇ ਸੰਤ ਮਹਾਂਪੁਰਸ਼ ਕੁਝ ਨਹੀਂ ਹਨ। ਜਿਹੜੇ ਸਰਦਾਹੀਨ ਨੇ, ਜਿਨ੍ਹਾਂ ਦੇ ਹਿਰਦੇ ਸਰਦਾ ਨਹੀਂ ਹੈ, ਭਾਵਨਾ ਨਹੀਂ ਹੈ, ਉਹ ਤਾਂ ਗੁਰਮੁਖ ਪਿਆਰਿਓ, ਰੱਬ ਦੇ ਪਿਆਰਿਆ ਸਾਧੂ ਸੰਤਾਂ ਨੂੰ ਵੀ ਮਾੜਾ ਚੰਗਾ ਬੋਲਦੇ ਨੇ। ਉਹਨਾਂ ਦੇ ਕੋਲ ਹੀ ਰਹਿ ਕੇ ਉਹਨਾਂ ਦੀ ਹੀ ਨਿੰਦਿਆ ਕਰਦੇ ਨੇ। ਆਖੋ ਸਤਿਨਾਮ। ਕਿੰਨੇ ਕਿੰਨੇ ਸਾਲ ਸਾਧੂ ਸੰਤਾਂ ਦੇ ਚਰਨਾਂ ਵਿੱਚ ਰਹਿ ਕੇ ਉਹਨਾਂ ਦਾ ਉੱਥੇ ਨਮਕ ਖਾ ਕੇ, ਗੁਰਮੁਖ ਪਿਆਰਿਓ, ਉਹ ਲੋਕ ਨਮਕ ਹਰਾਮੀ ਬਣ ਜਾਂਦੇ ਨੇ, ਸਰਦਾਹੀਨ ਬਣ ਜਾਂਦੇ ਨੇ। ਸੰਤਾਂ ਮਹਾਂਪੁਰਖਾਂ ਤੇ ਰੱਬ ਦੇ ਪਿਆਰਿਆਂ ਤੇ ਟੀਕਾ ਟਿੱਪਣੀਆਂ ਕਰਦੇ ਨੇ। ਮਹਾਰਾਜ ਜੀ ਕਹਿੰਦੇ ਇਹੋ ਜਿਹੇ ਲੋਕਾਂ ਨੂੰ ਨਰਕਾਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲਦੀ। ਆਖੋ ਸਤਿਨਾਮ। ਇਹੋ ਜਿਹੇ ਲੋਕਾਂ ਨੂੰ ਨਰਕਾਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲਦੀ, ਜਿਹੜੇ ਰੱਬ ਦੇ ਪਿਆਰੇ ਸਾਧੂ ਸੰਤਾਂ ਮਹਾਂਪੁਰਖਾਂ ਦੀ ਨਿੰਦਿਆ, ਉਹਨਾਂ ਦੇ ਬਾਰੇ ਗਲਤ ਬੋਲਦੇ ਨੇ, ਗੁਰਸਿੱਖਾਂ ਦੇ ਬਾਰੇ ਗਲਤ ਬੋਲਦੇ ਨੇ। ਉਹਨਾਂ ਦਾ ਇਸ ਜਗ੍ਹਾ, ਇਸ ਯੁੱਗ ਦੇ ਵਿੱਚ ਵੀ ਭਲਾ ਨਹੀਂ ਹੁੰਦਾ, ਤੇ ਅੱਗੇ ਗੁਰਮੁਖ ਪਿਆਰੇ ਉਹਨਾਂ ਨੂੰ ਫਿਰ ਨਰਕਾਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲਦੀ। ਆਖੋ ਸਤਿਨਾਮ। ਇਹੋ ਜਿਹੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ, ਬਚ ਕੇ ਰਹਿਣਾ ਚਾਹੀਦਾ ਹੈ। ਸਤਿਗੁਰਾਂ ਦੀ ਬਾਣੀ ਦੱਸਦੀ ਹੈ ਨਿੰਦਕ ਦਾ ਕੀ ਹਾਲ ਹੁੰਦਾ। ਜਿਹੜੇ ਗੁਰੂ ਪੀਰਾਂ ਦੀ ਨਿੰਦਿਆ ਕਰਦੇ ਨੇ ਉਹਨਾਂ ਦਾ ਕੀ ਅਸਰ ਹੁੰਦਾ, ਕੀ ਹਾਲ ਹੁੰਦਾ। ਇਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਪੜ੍ਹੋ ਤੇ ਗੁਰਮੁਖ ਪਿਆਰਿਓ ਬਾਣੀ ਸੁਣੋ। ਤੇ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਦੱਸਦੇ ਨੇ। ਇਸ ਕਰਕੇ ਸਤਿਗੁਰੂ ਜੀ ਮਹਾਰਾਜ ਜੀ ਕਹਿੰਦੇ ਸਰਦਾਹੀਨ ਪੁਰਸ਼ ਦਾ ਕੋਈ ਗੁਰੂ ਪੀਰ ਨਹੀਂ ਹੁੰਦਾ ਹੈ।
सतगुरु जी तो ऐसे शुभ वचन सुन के बनजारे ने पहुल लैके सिक्खी धारण कर ली। उपरंत गुरु जी ने उसकी 2000 रुपये की भेटा प्रवान करके सिक्खां नूं कपड़े बनवाउण वास्ते दे दिते। बनजारा सिख सरदा प्रेम नाल गुरु जी की सेवा विच कुछ समा बतीत करके अपना कार विहार करन चलिया गया। सत संगत दी सेवा तो बिना शरीर अपवित्र है, भाव कि मैला है। महाराज जी दस भाई गुरदास जी दसदे ने बिन सेवा तिरग हथ पैर होर नेफल करनी। संगत दी सेवा तो बिना शरीर मैला है, अपवित्र है। भाई गुरदास जी लिखते ने बिन सेवा तिरग हथ पैर होर नैफल करनी। एक दिन सतगुरु जी पास थोड़े जे सिख सेवक बैठे सन कि आप जी ने जल सकण की इच्छा की। आप जी दा गड़बई जालम सिंह उस वेले उत्थे नहीं सी, जिस करके आप जी ने आख्या एक जना साडे सकण लई जल लियाओ, सानू बहुत प्यास लगी है। उस वेले एक सुंदर ते कोमल शरीर सिख ने दौड़ के पानी का कटोरा भर के ले आंदा। सतगुरु जी ने पूछया, हे सिख तेरे हाथ इतने सोल हन, तू कम की करदा है? उसने उत्तर दिता, मैं धुर तो ही कदी कोई काम नहीं कीता, अज तुहाडे वास्ते ही एक काम कीता है। सतगुरु जी ने ये गल सुनते सार ही कटोरे का पानी डोल दिता ते आख्या कि कुछ सिख दे हथ का सूहिया होया पानी साडे पीण दे योग नहीं रहा। उसने ये वचन सुन के बेनती की, सच्चे पातशाह, सच्चे पातशाह जी, मैं आप जी दा सिख हाँ, मैं पहुल लई है, जे मेरी कोई गलती है तो माफ कर दिओ। सतगुरु जी ने फरमाया, भाई सिखा, निरी सिखी धारण नाल ही कोई सिख नहीं बन जाता। सरदा प्रेम नाल सत संगत दी सेवा करनी सिख दा धर्म जानो। हथी सेवा करन नाल पवित्र हुंदे हन, पैर गुरु दर्शन करन नाल पवित्र हुंदे हन, सारा शरीर ते इंद्रियां शुभ कर्म करन नाल सफले हुंदे हन। पर तू किसी प्रकार की कदी कोई सेवा नहीं की, इस करके तेरा शरीर अपवित्र है। जिस तरह मुर्दे का शरीर अपवित्र हुंदा है, उसनूं सुहण तो हर कोई संकोच करता है, इसे तरह ही जिहड़ा पुरुष साध संगत की सेवा नहीं करता, महाराज जी कहते उसका शरीर अपवित्र भाव के मैला है। इस वास्ते तेरे हथ का पानी असी अपवित्र जान के मैला जान के डोल दिता है।
ਪੀਤਾ ਨਹੀਂ। ਇਹ ਵਰਤਾਂਤ ਸੁਣ ਕੇ ਸਿੱਖ ਨੇ ਆਪਣੀ ਭੁੱਲ ਦੀ ਮਾਫੀ ਮੰਗੀ ਅਤੇ ਅੱਗੋਂ ਤੋਂ ਤਨ ਮਨ ਧਨ ਕਰਕੇ ਸੇਵਾ ਵਿੱਚ ਜੁਟ ਗਿਆ। ਕੋ ਸਤਨਾਮ। ਔਰੰਗਜ਼ੇਬ ਵੱਲੋਂ ਪਹਾੜੀ ਰਾਜਿਆਂ ਦੀ ਚਿੱਠੀ ਦਾ ਉੱਤਰ। ਪਹਾੜੀ ਰਾਜਿਆਂ ਨੇ ਸਲਾਹ ਕਰਕੇ ਜਿਹੜਾ ਆਪਣਾ ਵਜ਼ੀਰ ਦਿੱਲੀ ਸੂਬੇ ਪਾਸ ਭੇਜਿਆ, ਉਸ ਪਾਸੋਂ ਔਰੰਗਜ਼ੇਬ ਨੂੰ ਗੁਰੂ ਸਾਹਿਬ ਦੇ ਵਿਰੁੱਧ ਚਿੱਠੀ ਲਿਖਵਾ ਕੇ ਬੇਨਤੀ ਕੀਤੀ ਕਿ ਸਾਡੀ ਮਦਦ ਵਾਸਤੇ ਆਪਣੀ ਫੌਜ ਭੇਜੋ, ਜਿਸ ਨਾਲ ਅਸੀਂ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਤੋਂ ਆਪਣੇ ਇਲਾਕੇ ਦੇ ਵਿੱਚੋਂ ਕੱਢੀਏ, ਆਪਣੇ ਇਲਾਕੇ ਦੇ ਵਿੱਚੋਂ ਕੱਢ ਦਈਏ। ਵਜ਼ੀਰ ਨੇ ਦਿੱਲੀ ਤੋਂ ਰਾਜਿਆਂ ਨੂੰ ਚਿੱਠੀ ਲਿਖੀ ਕਿ ਭਾਵੇਂ ਸੂਬੇ ਨੂੰ ਔਰੰਗਜ਼ੇਬ ਵੱਲੋਂ ਦੱਖਣ ਦੀ ਚਿੱਠੀ ਦਾ ਉੱਤਰ ਸਾਡੀ ਮਦਦ ਵਾਸਤੇ ਆ ਗਿਆ ਹੈ, ਪਰ ਫਿਰ ਵੀ ਇਉਂ ਜਾਪਦਾ ਹੈ ਕਿ ਫੌਜ ਦਾ ਖਰਚ ਲੈਣ ਤੋਂ ਬਿਨਾਂ ਸੂਬਾ ਫੌਜ ਨਹੀਂ ਭੇਜੇਗਾ, ਕਿਉਂਕਿ ਮੈਂ 1-2 ਵਾਰ ਸੂਬੇ ਨੂੰ ਪੁੱਛ ਪਰਤਾਇਆ ਹੈ। ਇਹ ਚਿੱਠੀ ਪੜ੍ਹ ਕੇ ਭੀਮ ਚੰਦ ਆਦਿਕ ਸਿੱਖਾਂ ਨੇ 1 ਲੱਖ ਰੁਪਈਆ ਇਕੱਠਾ ਕਰਕੇ ਦਿੱਲੀ ਭੇਜ ਦਿੱਤਾ। ਦੀਨ ਬਣ ਕੇ ਬੇਨਤੀ ਕੀਤੀ ਕਿ ਜੇ ਬਾਦਸ਼ਾਹ ਸਾਡੀ ਸਹਾਇਤਾ ਨਹੀਂ ਕਰੇਗਾ ਤਾਂ ਫਿਰ ਅਸੀਂ ਹੋਰ ਕਿਸ ਨੂੰ ਆਖਾਂਗੇ। ਅਸੀਂ ਤਾਂ ਤੁਹਾਡੇ ਹੀ ਆਸਰੇ ਹਾਂ। ਰੁਪਈਆ ਭੇਜ ਕੇ ਪਿੱਛੋਂ ਪਹਾੜੀਏ ਗੱਪਾਂ ਮਾਰਨ ਲੱਗੇ ਕਿ ਹੁਣ ਸ਼ਾਹੀ ਸੈਨਾ ਆ ਜਾਵੇਗੀ ਅਤੇ ਗੁਰੂ ਜੀ ਨਾਲ ਲੜ ਕੇ ਉਹਨਾਂ ਨੂੰ ਬਾਹਰ ਕੱਢ ਦੇਵੇਗੀ। ਗੁਰੂ ਜੀ ਦੇ ਨਾਲ ਲੜ ਕੇ ਉਹਨਾਂ ਨੂੰ ਬਾਹਰ ਕੱਢ ਦੇਵੇਗੀ। ਅਸੀਂ ਬੈਠੇ ਤਮਾਸ਼ਾ ਵੇਖਾਂਗੇ। ਇਹ ਰੁਪਈਆ ਬਾਦਸ਼ਾਹ ਨੂੰ ਦੇਣਾ ਹੀ ਸਫਲ ਸਮਝੋ। ਨਿੱਤ ਦਾ ਝਗੜਾ ਮੁੱਕ ਜਾਏਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਨੰਦਪੁਰ ਸਾਹਿਬ ਚੋਂ ਕੱਢ ਦੇਣਗੇ। ਜਿਹੜੀ ਦਿੱਲੀ ਦੀ ਸਾਈ ਫੌਜ ਆਊਗੀ। ਇਸ ਤਰ੍ਹਾਂ ਗੱਲਾਂ ਕਰਕੇ ਪਹਾੜੀਏ ਖੁਸ਼ ਹੋ ਰਹੇ ਸਨ ਅਤੇ ਸ਼ਾਹੀ ਸੈਨਾ ਦੀ ਪਹੁੰਚ ਨੂੰ ਉਡੀਕ ਰਹੇ ਸਨ ਵੀ ਔਰੰਗਜ਼ੇਬ ਦੀ ਸ਼ਾਹੀ ਫੌਜ ਆਵੇਗੀ। ਉਧਰ ਜਦ ਰੁਪਈਆ ਦਿੱਲੀ ਸੂਬੇ ਪਾਸ ਪਹੁੰਚ ਗਿਆ ਅਤੇ ਬਾਦਸ਼ਾਹ ਦਾ ਪਰਵਾਨਾ ਵੀ ਆ ਗਿਆ ਤਾਂ ਉਸਨੇ ਦੀਨ ਬੇਗ ਅਤੇ ਪਿੰਡੇ ਖਾਨ ਨੂੰ 5,000 ਸੈਨਾ ਤੇ ਜੰਗ ਦਾ ਸਮਾਨ ਦੇ ਕੇ ਰਾਜਾ ਭੀਮ ਚੰਦ ਕਹਿਲੂਰ ਪਹੁੰਚਣ ਵਾਸਤੇ ਤੋਰ ਦਿੱਤਾ। ਜਦੋਂ ਸ਼ਾਹੀ ਸੈਨਾ ਰੋਪੜ ਪਹੁੰਚ ਗਈ, ਪਹਾੜੀ ਰਾਜੇ ਉਹਦਾ ਸਵਾਗਤ ਕਰਨ ਵਾਸਤੇ ਬਾਜਿਆਂ ਗਾਜਿਆਂ ਨਾਲ ਆਪਣੀ ਸੈਨਾ ਲੈ ਕੇ ਉਸ ਨਾਲ ਜਾ ਮਿਲੇ। ਇਸ ਬਾਤ ਤੇ ਭੀਮ ਚੰਦ ਕਹਿਲੂਰੀਆ ਰਾਜਾ ਵੀਰ ਸਿੰਘ, ਜਸਪਾਲ ਸਿੰਘ ਅਤੇ ਸਿਰਮੌਰ ਦਾ ਰਾਜਾ ਮਦਨਪਾਲ ਬਹੁਤ ਸਾਰੀ ਭੇਟਾਂ ਲੈ ਕੇ ਦੀਨਾ ਬੇਗ ਤੇ ਪਿੰਡੇ ਖਾਂ ਨੂੰ ਜਾ ਮਿਲੇ ਅਤੇ ਗੁਰੂ ਜੀ ਦੀ ਸਾਰੀ ਗੱਲ ਸਮਝਾਈ। ਪਹਾੜੀਆਂ ਨੇ ਦੱਸਿਆ ਕਿ ਗੁਰੂ ਜੀ ਪਾਸ ਕੋਈ ਨੌਕਰ ਚਾਕਰ ਸੂਰਮੇ ਨਹੀਂ ਹੈ। ਇੱਧਰ ਉੱਧਰੋਂ ਮਿਲ ਕੇ ਹੀ ਦਲ ਬਣਿਆ ਹੋਇਆ ਹੈ। ਤੁਸੀਂ ਯੁੱਧ ਕਰਕੇ ਉਹਨਾਂ ਤੋਂ ਅਨੰਦਪੁਰ ਸਾਹਿਬ ਖਾਲੀ ਕਰਵਾ ਲਵੋ।
जे आनंदपुर साहिब रहना चाहुंदा, जे आनंदपुर साहिब रहना चाहुंदा है तां अपनी ईन मन लवो, अपनी ईन मना लवो, अगे तो फतूर मचाउण तो हट जावे। साडियां खेतियां ना उजाड़ करे, अपने नगर आनंदपुर ही रहे। इतरा समझा बुझा के उन्हां दा डेरा आनंदपुर दे नेड़े लिया के लवा दिता। शाही फौज अजे कीरतपुर साहिब दे नेड़े ही सी कि सूये ने सतगुरु जी नूं खबर आण दिती। आप जी ने छेती ही रणजीत नगारा बजवा के अपने योधियां नूं तैयार करके शाही सैना नूं रोक वास्ते अगे भेज दिता। आमो सामने होके दोहां पासियां तो बंदूकां चलन लगियां। पट्ठी विच दाणे भुजण वांगो तड़ाक तड़ाक तड़ तड़ दियां आवाज़ां नाल कुछ सुनाई नहीं सी दिंदा। बरसे ते तलवारां दे बारां नाल सूरमिਆਂ ਦੇ शरीरां ਵਿੱਚੋਂ लहू प्रनाले वांगो फुट के धरती लाल हो गई अते लहू मिट्टी दा चिक्कड़ हो गया। इस तरह जद घमसान दा युद्ध हो रहा सी अते कई सूरमे मारे जा चुके सन तां पिंडे खां गुस्से नाल घोड़े नूं अगे करके सिख योधियां नूं आण आखण लगा कि यह युद्ध दीन मजहब दा है। असीं युद्ध वास्ते आए हां। मैं सुनिया है कि तुहाडा गुरु बड़ा बली है। उन्हां नूं मेरे सामने करो, मैं उन्हां नाल युद्ध करांगा। उन्हां नूं मेरे सामने करो, मैं उन्हां दे नाल युद्ध करांगा। जद पेंडे खां ने ये गल ललकार के ऊंची आखी तां गुरु जी ने नीले घोड़े नूं अड्डी ला के झटपट पेंडे खां अगे जा क्या ओ गुसल खान, असी तेरे नाल दो हथ करन नूं आ गए हां। पहला वार